ਵੀ ਉਹਦੇ ਗਰਮ ਚੀਜ਼ਾਂ ਖਾਓ ਜੀ, ਠੰਡ ਤੋਂ ਬਚ ਜਾਓ, ਇਹ ਸਿੱਧੀ ਹੱਡਾਂ ਨੂੰ ਲੱਗਦੀ ਆ, ਇਹ ਹੁੰਦਾ ਉਹ ਹੁੰਦਾ। ਪਰ ਇਹਦੇ ਨਾਲ ਬਹੁਤ ਸਾਰੀਆਂ ਅਸੀਂ ਦੇਖੀਆਂ ਵੀ ਦਰਦਾਂ ਜਿਹੜੀਆਂ ਨੇ ਉਹ ਸਿਆਲਾਂ 'ਚ ਸ਼ੁਰੂ ਹੁੰਦੀਆਂ ਨਾ, ਕਹਿੰਦਾ ਸਿਆਲਾਂ ਦੀ ਪੀੜ ਇੱਕ ਵੱਖਰੀ ਆ ਨਾ, ਉਹਦੀ ਦਰਦ ਚਾਹੇ ਬਜ਼ੁਰਗਾਂ ਦੇ ਵਿੱਚ ਖਾਸ ਕਰਕੇ ਬੱਚਿਆਂ 'ਚ ਵੀ ਬਹੁਤ ਹੁੰਦੀ ਆ। ਅੱਜ ਕੱਲ੍ਹ ਵਰਗੀ ਕੋਈ ਨਹੀਂ ਰਹਿ ਗਿਆ ਜਿਹਨੂੰ ਇਹ ਟੱਚ ਨਹੀਂ ਕਰਦੀ। ਦਰਦਾਂ ਦਾ ਖਾਸ ਅਸੀਂ ਪਰਹੇਜ਼ ਦੀ ਗੱਲ ਕਰੀਏ, ਕਿੱਦਾਂ ਰੱਖਿਆ ਜਾ ਸਕਦਾ ਪਰਹੇਜ਼? ਕਿ ਜਿਸ ਵੇਲੇ ਤੁਹਾਡੇ ਰਾਈਟ ਸਾਈਡ 'ਚ ਦਰਦ ਹੁੰਦੀ ਹੈ ਤੇ ਮੋਸਟਲੀ ਇਟ ਇਜ਼ ਰਿਲੇਟਡ ਟੂ ਤੁਹਾਡੇ ਲੀਵਰ ਜਾਂ ਫੈਟੀ ਹੁੰਦਾ ਜਾਂ ਗਾਲ ਬਲੈਡਰ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ। ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਤੁਹਾਡਾ ਸਾਰਿਆਂ ਦਾ ਹੀ। ਮੈਂ ਜੋਗਰਾਜ ਸਿੰਘ ਕਾਲੋਂ ਪ੍ਰੋਗਰਾਮ ਪ੍ਰਾਈਮ ਹੈਲਥ ਲੈ ਕੇ ਅੱਜ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਡਾਕਟਰ ਨਿਸ਼ਾ ਡੋਗਰਾ ਨੇ। ਹੈਲਥ ਸੰਬੰਧੀ ਕੁਝ ਜਾਣਕਾਰੀਆਂ ਉਹਨਾਂ ਕੋਲੋਂ ਲਵਾਂਗੇ। ਉਹ ਸੈਮੀਨਾਰ ਵੀ ਕਰਦੇ ਨੇ, ਕਿਸ ਇਸ਼ੂ ਦੇ ਉੱਤੇ ਅੱਜ ਗੱਲ ਕਰਨੀ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ। ਪਹਿਲਾਂ ਉਹਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੋਗਰਾਜ ਜੀ, ਔਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰੀ ਨਿੱਘੀ ਜੀ ਸਤਿ ਸ਼੍ਰੀ ਅਕਾਲ, ਨਮਸਕਾਰ। ਅੱਛਾ ਡਾਕਟਰ ਸਾਹਿਬ, ਹੁਣ ਠੰਡ ਸ਼ੁਰੂ ਹੋ ਜਾਣੀ ਹੈ ਨਾ, ਸਿਆਲ ਦਾ ਮੌਸਮ ਆ ਗਿਆ ਤੇ ਬੜੀਆਂ ਚੀਜ਼ਾਂ ਨੇ ਜਿਹੜੀਆਂ ਧਿਆਨ ਦੇਣੀਆਂ ਪੈਂਦੀਆਂ ਵੀ ਉਹਦੇ ਗਰਮ ਚੀਜ਼ਾਂ ਖਾਓ ਜੀ, ਠੰਡ ਤੋਂ ਬਚ ਜਾਓ, ਇਹ ਸਿੱਧੀ ਹੱਡਾਂ ਨੂੰ ਲੱਗਦੀ ਆ, ਇਹ ਹੁੰਦਾ ਉਹ ਹੁੰਦਾ। ਪਰ ਇਹਦੇ ਨਾਲ ਬਹੁਤ ਸਾਰੀਆਂ ਅਸੀਂ ਦੇਖੀਆਂ ਵੀ ਦਰਦਾਂ ਜਿਹੜੀਆਂ ਨੇ ਉਹ ਸਿਆਲਾਂ 'ਚ ਸ਼ੁਰੂ ਹੁੰਦੀਆਂ ਨਾ, ਕਹਿੰਦਾ ਸਿਆਲਾਂ ਦੀ ਪੀੜ ਇੱਕ ਵੱਖਰੀ ਆ ਨਾ, ਉਹਦੀ ਦਰਦ ਚਾਹੇ ਬਜ਼ੁਰਗਾਂ ਦੇ ਵਿੱਚ ਖਾਸ ਕਰਕੇ ਬੱਚਿਆਂ 'ਚ ਵੀ ਬਹੁਤ ਹੁੰਦੀ ਆ। ਅੱਜ ਕੱਲ੍ਹ ਵਰਗੀ ਕੋਈ ਨਹੀਂ ਰਹਿ ਗਿਆ ਜਿਹਨੂੰ ਇਹ ਟੱਚ ਨਹੀਂ ਕਰਦੀ। ਦਰਦਾਂ ਦਾ ਖਾਸ ਅਸੀਂ ਪਰਹੇਜ਼ ਦੀ ਗੱਲ ਕਰੀਏ, ਕਿੱਦਾਂ ਰੱਖਿਆ ਜਾ ਸਕਦਾ ਪਰਹੇਜ਼? ਇਸ ਤਰ੍ਹਾਂ ਹੈ ਜੋਗਰਾਜ ਜੀ ਕਿ ਜਿਹੜੀਆਂ ਦਰਦਾਂ ਨੇ ਪਰਹੇਜ਼ ਉਸ ਲਈ ਸ਼ੁਰੂ ਹੁੰਦਾ ਹੈ ਜਿਸ ਲਈ ਉਹਦੀ ਆਈਡੈਂਟੀਫਿਕੇਸ਼ਨ ਹੁੰਦੀ ਹੈ ਕਿ ਪਤਾ ਹੋਏ ਕਿ ਮੈਨੂੰ ਇਹ ਜਿਹੜੀ ਦਰਦ ਹੈ ਇਹ ਕਿਸ ਕਰਕੇ ਹੁੰਦੀ ਪਈ ਹੈ। ਮੋਸਟਲੀ ਕੀ ਹੁੰਦਾ ਹੈ ਕਿ ਇੱਕ ਤੇ ਅਸੀਂ ਫੈਕਟਰ ਕਹਿੰਦੇ ਕਿ ਜੈਨੇਟਿਕ ਫੈਕਟਰ ਹੁੰਦਾ ਹੀ ਹੈ, ਜਿਨ੍ਹਾਂ ਨੂੰ ਪੇਰੈਂਟਸ ਨੂੰ ਹੁੰਦੀਆਂ ਰਹਿੰਦੀਆਂ ਨੇ, ਉਹਨਾਂ ਦੇ ਉਹ ਵੀਕ ਪੁਆਇੰਟ ਹੋ ਜਾਂਦੇ। ਤੇ ਜਿਸ ਤਰ੍ਹਾਂ ਹੁਣ ਸਰਦੀਆਂ ਦੀ ਗੱਲ ਕੀਤੀ ਹੈ ਤੇ ਜਾਂ ਖਾਣੇ ਪੀਣੇ ਦੇ, ਇਹ ਚੀਜ਼ਾਂ ਨਾਲ ਨਾ ਟ੍ਰਿਗਰ ਹੋ ਜਾਂਦੀ ਹੈ। ਲਾਈਫ ਸਟਾਈਲ, ਡਾਈਟ, ਜਿਹੜਾ ਫੈਕਟਰਸ ਨੇ, ਅਗਰ ਜੈਨੇਟਿਕ ਫੈਕਟਰ ਥੋੜਾ ਵੀਕ ਹੋਏਗਾ ਤੇ ਉਹ ਟ੍ਰਿਗਰ ਹੋ ਜਾਂਦੇ ਨੇ, ਜਾਂ ਫਿਰ ਹੁਣ ਵਿੰਟਰਸ ਵਿੱਚ ਜ਼ਿਆਦਾ ਹੋ ਜਾਂਦੇ ਨੇ, ਹੈ ਨਾ। ਤੋ ਇਹ ਸਾਰੇ ਹੀ ਐਸਪੈਕਟ ਤੇ ਦੇਖਣਾ ਪੈਂਦਾ ਹੈ ਕਿ ਕੀ ਕਾਰਨ ਹੈ। ਅੱਛਾ, ਹਰ ਇੱਕ ਦਾ ਆਪੋ ਆਪਣਾ ਵੱਖੋ ਵੱਖ ਪਰਹੇਜ਼ ਇਲਾਜ ਹੁੰਦਾ? ਹਾਂਜੀ ਬਿਲਕੁਲ, ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਹੈ। ਇਹਨੂੰ ਕਹਿੰਦੇ ਪਰਸਨਲਾਈਜ਼ਡ ਜਿਹੜਾ ਟ੍ਰੀਟਮੈਂਟ ਪਲਾਨ। ਚਲੋ ਆਪਾਂ ਉਦਾਹਰਨ ਲੈ ਲੈਂਦੇ ਹਾਂ। ਫੋਰ ਐਗਜ਼ਾਮਪਲ ਹੁਣ ਸਿਆਲਾਂ ਦੇ ਵਿੱਚ ਅਸੀਂ ਆਮ ਸੁਣੀਦਾ ਲੋਕੀ ਕਹਿਣਗੇ ਯਾਰ ਮੋਢੇ ਬੜੇ ਪੀੜ ਕਰਦੇ, ਮੌਰ ਬੜੇ ਮਤਲਬ ਦਰਦ ਹੁੰਦੇ ਆ ਨਾ, ਕਿਸੇ ਦਾ ਸੱਜਿਓਂ ਪਾਸਿਓਂ ਹੋ ਜੂ, ਕਿਸੇ ਦਾ ਖੱਬਿਓਂ ਹੋ ਜੂਗਾ। ਇਹ ਚਲੋ ਕੀ ਮਸਲਾ ਆ ਜਾਂਦਾ? ਇਹਦਾ ਵਿਸ਼ੇਸ਼ ਕਾਰਨ ਠੰਡ ਹੀ ਹੁੰਦੀ ਹੈ? ਅੰਦਰ ਫੰਕਸ਼ਨਿੰਗ ਕੀ ਹੁੰਦੀ ਹੈ ਇਹਦੀ, ਕਿਉਂ ਦਰਦ ਪੈਦਾ ਹੁੰਦੀ ਹੈ? ਇਸ ਤਰ੍ਹਾਂ ਹੁੰਦਾ ਹੈ ਯੋਗਰਾਜ ਜੀ ਕਿ ਮੈਂ ਜਿਹੜਾ ਦੇਖਿਆ ਕਿ ਕਈਆਂ ਨੂੰ ਕੀ ਹੁੰਦਾ ਕਿ ਜਿਸ ਲਈ ਨੈਕ ਸਟਿਫਨੈਸ ਹੁੰਦੀ ਹੈ, ਖਾਸ ਕਰ ਕਿ ਕਈਆਂ ਨੂੰ ਤੇ ਹੈਡੇਕ ਹੁੰਦੀ ਹੈ। ਤੁਸੀਂ ਦੇਖਿਆ ਕਿ ਸੱਜੇ ਪਾਸੇ ਹੀ ਸਿਰ ਦਰਦ ਹੁੰਦੀ ਹੈ, ਕਈ ਨੂੰ ਖੱਬੇ ਪਾਸੇ ਸਿਰ ਦਰਦ ਹੁੰਦਾ, ਔਰ ਨੈਕ ਸਟਿਫਨੈਸ ਵੀ ਕਈਆਂ ਨੂੰ ਇੱਥੇ ਨੈਕ ਬਹੁਤ ਟਾਈਟ ਜਿਹੀ ਸਟਿਫ ਹੋ ਜਾਂਦੀ ਹੈ, ਔਰ ਕਈਆਂ ਨੂੰ ਫਿਰ ਮੋਢੇ 'ਚ ਨਿਕਲਦੀ ਹੈ, ਸ਼ੋਲਡਰ ਪੇਨ ਹੁੰਦੀ ਹੈ, ਮੋਢਿਆਂ 'ਚ ਨਿਕਲਦੀ ਹੈ। ਤੇ ਮੈਂ ਤੁਹਾਨੂੰ ਦੱਸਾਂ, ਅਗਰ ਰਾਈਟ ਸਾਈਡ ਜ਼ਿਆਦਾ ਦਰਦ ਨਿਕਲਦੀ ਹੈ ਤੇ ਕਾਇਰੋਪ੍ਰੈਕਟਰ ਤੁਸੀਂ ਜਿੰਨੇ ਮਰਜ਼ੀ ਪੇਨ ਕਿਲਰ ਲੈ ਲਓ, ਹੈ ਨਾ, ਕਾਫੀ ਤਾਂ ਇਹੋ ਹੀ ਲੈਂਦੇ, ਓਵਰ ਦਾ ਕਾਊਂਟਰ ਲੈ ਲੈਂਦੇ ਪਹਿਲੇ, ਲੇਕਿਨ ਅਸੀਂ ਡਾਕਟਰਸ ਕੋਲ ਬਹੁਤ ਲੇਟ ਜਾਂਦੇ ਹਾਂ ਜਿਸ ਲਈ ਹੱਦ ਕੋਲ ਵੱਧ ਹੋ ਜਾਂਦੀ ਹੈ। ਤੇ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਇਹਦਾ ਰੂਟ ਕਾਜ਼ ਫਾਈਂਡ ਕਰਨਾ ਬਹੁਤ ਜ਼ਰੂਰੀ ਹੈ। ਤੇ ਜਿਸ ਤਰ੍ਹਾਂ ਸਾਡੇ ਪੇਸ਼ੈਂਟ ਆਉਂਦੇ ਨੇ, ਰਿਸਰਚ ਬੇਸਡ ਸਟੱਡੀਜ਼ ਇਹ ਦੱਸਦੀਆਂ ਨੇ ਕਿ ਜਿਸ ਲਈ ਤੁਹਾਡੇ ਰਾਈਟ ਸਾਈਡ 'ਚ ਦਰਦ ਹੁੰਦੀ ਹੈ ਤੇ ਮੋਸਟਲੀ ਇਟ ਇਜ਼ ਰਿਲੇਟਡ ਟੂ ਤੁਹਾਡੇ ਲੀਵਰ ਜਾਂ ਫੈਟੀ ਹੁੰਦਾ ਜਾਂ ਗਾਲ ਬਲੈਡਰ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ। ਸੋ ਪਤਾ ਤਾਂ ਸਾਨੂੰ ਉਸ ਲੱਗਦਾ ਕਿ ਗਾਲ ਬਲੈਡਰ ਸਟੋਨ ਬਣ ਜਾਂਦੇ ਨੇ, ਲੇਕਿਨ ਸਟੋਨ ਇੱਕਦਮ ਨਹੀਂ ਬਣਦੇ। ਉਹ ਪਹਿਲੇ ਥੋੜਾ ਬਾਇਲ ਜਿਹੜਾ ਪਹਿਲੇ ਤੇ ਸ਼ੁਰੂ ਤੋਂ ਬਿਲਕੁਲ ਪਤਲਾ ਪਾਣੀ ਵਰਗਾ ਹੁੰਦਾ ਹੈ। ਬਾਇਲ ਜਿਹੜਾ ਹੁੰਦਾ ਹੈ ਕਿ ਜਿਹੜਾ ਸਾਡੀ ਫੈਟ ਨੂੰ ਡਿਜ਼ੋਲਵ ਕਰਦਾ ਹੈ, ਜਿਹੜਾ ਗਾਲ ਬਲੈਡਰ ਇੱਕ ਕਿਸਮ ਦਾ ਉਹ ਸੋਲੂਸ਼ਨ ਕੱਢਦਾ ਹੈ ਕਿ ਫੈਟ ਜਿਹੜੀ ਆ ਉਹ ਡਿਜ਼ੋਲਵ ਕਰਨ ਵਾਸਤੇ। ਆਹਿਸਤਾ ਕਿ ਉਹਦਾ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਆਹਿਸਤਾ ਜ਼ਿਆਦਾ ਗਾੜਾ ਹੋ ਕੇ ਫਿਰ ਉਹ ਪੱਥਰ ਜਿਹੇ ਟਾਈਟ ਬਣ ਜਾਂਦੇ। ਉਸ ਤੋਂ ਪਹਿਲੇ ਲੀਵਰ ਜਿਹੜਾ ਫੈਟੀ ਹੋ ਜਾਂਦਾ ਹੈ,
ਤੇ ਅਸੀਂ ਕੀ ਕਰਨੇ ਆ ਕਿ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਤੇ ਅਸੀਂ ਸਿਰਫ ਸੋਚਣਾ ਮੇਰੀ ਨੈਕ ਸਟਿਫਨੈਸ ਹੁੰਦੀ ਪਈ ਹੈ, ਅਸੀਂ ਦੂਰ ਅਸਰ ਜਾਂਦਾ ਉਹਦਾ। ਹਾਂਜੀ ਹਾਂਜੀ, ਤੇ ਦੂਰ ਜਾਂਦਾ ਹੈ। ਇਹਦਾ ਪਰਹੇਜ਼ ਕੀ ਹੋ ਸਕਦਾ ਫਿਰ? ਜਿਸ ਲਈ ਮੇਰੇ ਕੋਲ ਕਈ ਆਉਂਦੇ ਨੇ ਤੇ ਪਹਿਲੇ ਤਾਂ ਮੈਂ ਉਹਨਾਂ ਦੀ ਟੈਸਟਿੰਗ ਕਰਨੀ ਆ, ਔਰ ਨਾਲ ਇਹ ਵੀ ਜ਼ਰੂਰੀ ਹੈ ਦੇਖਣਾ ਕਿ ਪੂਰੀ ਹਿਸਟਰੀ ਲੈਣਾ ਬੜਾ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਅਗਰ ਕਹਿੰਦੇ ਨੇ ਮੈਨੂੰ ਇੱਧਰ ਦਰਦ ਹੈ ਤੇ ਫਿਰ ਪੁੱਛਣਾ ਪੈਂਦਾ ਕਿ ਤੁਹਾਨੂੰ ਗੈਸ ਜਾਂ ਬਲੋਟਿੰਗ ਤਾਂ ਨਹੀਂ ਹੁੰਦੀ, ਜਾਂ ਤੁਹਾਡੀ ਇੱਥੇ ਪਾਸੇ ਦਰਦ ਤੇ ਨਹੀਂ ਹੁੰਦੀ ਹੈ, ਜਾਂ ਅਗਰ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਵੀ ਰਹਿੰਦੀ ਹੈ ਤੇ ਨਾਲ ਹੀ, ਤੇ ਜਾਂ ਫਿਰ ਤੁਸੀਂ ਕਹੋ ਕਿ ਮੈਨੂੰ ਭੁੱਖ ਘੱਟ ਲੱਗਦੀ ਹੈ, ਤੇ ਜਾਂ ਕਦੀ ਕਦੀ ਇੱਥੇ ਦਰਦ ਹੁੰਦੀ ਹੈ ਮਿੱਠੀ ਮਿੱਠੀ, ਜਾਂ ਤੇ ਹੈਵੀ ਫਨ ਹੁੰਦਾ, ਤੇ ਇਹਦਾ ਮਤਲਬ ਹੈ ਕਿ ਤੁਹਾਡੇ ਜਿਹੜੀ ਲੀਵਰ ਦੀ ਜਾਂ ਇਹਦੀ ਵੀ ਪ੍ਰੋਬਲਮ ਹੈ। ਸੋ ਜਿਹੜੀ ਮੈਂ ਦੱਸਿਆ ਸਾਡੀ ਸਲਾਈਵਾ ਟੈਸਟਿੰਗ ਹੁੰਦੀ ਹੈ, ਜਿਹੜੀ ਜੈਨੇਟਿਕ ਟੈਸਟਿੰਗ, ਉਹਦੇ ਨਾਲ ਕੀ ਹੁੰਦਾ ਕਿ ਰੂਟ ਕਾਜ਼ ਪਤਾ ਲੱਗਦਾ ਕਿ ਅਸਲੀ ਕਾਰਨ ਕੀ ਹੁੰਦਾ ਪਿਆ। ਔਰ ਅਗਰ ਇਹ ਵੀ ਹੈ ਤੇ ਮੈਂ ਦੇਖਿਆ ਕਿ ਜਿਸਲੇ ਤੁਸੀਂ ਅਗਰ ਮੈਂ ਲੀਵਰ ਡੀਟੌਕਸ ਕਰਨੇ ਆ ਜਾਂ ਗਾਲ ਬਲੈਡਰ ਨੂੰ ਅਸੀਂ ਟ੍ਰੀਟਮੈਂਟ ਕਰਨੇ ਆ, ਉਹਦੇ ਨਾਲ ਇੱਥੋਂ ਦੀ ਦਰਦ ਜਿਹੜੀ ਆਪਣੇ ਆਪ ਆਹਿਸਤਾ ਆਹਿਸਤਾ ਨਿਕਲ ਜਾਂਦੀ ਹੈ। ਅਗਰ ਅਸੀਂ ਫੋਕਸ ਇੱਥੇ ਕਰੀਏ ਜਿਓਗ੍ਰਾਫਿਕਲੀ, ਇੱਥੇ ਹੀ ਦਰਦ ਨੂੰ ਠੀਕ ਕਰੀਏ ਜਾਂ ਟ੍ਰੀਟਮੈਂਟ ਕਰਦੇ ਰਹੀਏ, ਤਾਂ ਥੋੜੀ ਦੇਰ ਲਈ ਠੀਕ ਰਹਿੰਦਾ ਹੈ, ਜਾਂ ਮਸਾਜ ਕਰਾਣੇ ਥੋੜਾ ਆਰਾਮ ਆਉਂਦਾ ਹੈ, ਲੇਕਿਨ ਹੁੰਦੀ ਰਹਿੰਦੀ ਹੈ ਕਰੋਨਿਕ ਹੋ ਜਾਂਦੀ ਹੈ। ਜਿਸਲੇ ਕਰੋਨਿਕ ਹੋ ਜਾਂਦੀ ਫਿਰ ਕੀ ਹੁੰਦਾ ਕਿ ਉੱਥੇ ਨਰਵ ਪਿੰਚ ਹੁੰਦੀ ਹੈ, ਨਰਵ ਪਿੰਚ ਹੋ ਕੇ ਫਿਰ ਥੱਲੇ ਬਿਲਕੁਲ ਥੱਲੇ ਤੱਕ ਦਰਦ ਜਾਂਦੀ ਹੈ ਕਈਆਂ ਦੇ। ਤਾਂ ਇਸ ਕਰਕੇ ਅਰਲੀਅਰ ਦਾ ਬੈਟਰ ਕਿ ਜਿਸਲੇ ਵੀ ਤੁਹਾਨੂੰ ਦਰਦ ਹੁੰਦੀ ਹੈ ਕਿ ਉਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ, ਔਰ ਦੂਸਰਾ ਹੈ ਕਿ ਇਹ ਦੇਖਣਾ ਚਾਹੀਦਾ ਇਹਦੇ ਨਾਲ ਮੈਨੂੰ ਕੋਈ ਡਾਈਜੈਸ਼ਨ ਦੀ ਪ੍ਰੋਬਲਮ ਤੇ ਨਹੀਂ ਹੁੰਦੀ ਪਈ। ਇਸੇ ਕਰਕੇ ਜਿਸ ਤਰ੍ਹਾਂ ਕਈਆਂ ਨੂੰ ਚੈਸਟ ਪੇਨ ਹੁੰਦੀ ਹੈ, ਖੱਬੇ ਪਾਸੇ ਦਰਦ ਹੁੰਦੀ ਹੈ, ਜਾਂ ਫਿਰ ਖੱਬੀ ਨੈਕ ਸਟਿਫ ਹੁੰਦੀ ਹੈ, ਜਾਂ ਖੱਬੀ ਬਾਂਹ 'ਚ ਦਰਦ ਹੁੰਦੀ ਹੈ, ਇਹ ਜ਼ਿਆਦਾ ਸੀਰੀਅਸ ਹੁੰਦੀ ਹੈ। ਅੱਛਾ, ਸੱਜੀ ਨਾਲੋਂ ਖੱਬੀ 'ਚ ਜ਼ਿਆਦਾ? ਖੱਬੀ ਜ਼ਿਆਦਾ ਸੀਰੀਅਸ ਹੁੰਦੀ ਹੈ, ਕਿਉਂਕਿ ਇਹ ਹਾਰਟ ਦੇ ਨਾਲ, ਕਿਉਂਕਿ ਹਾਰਟ ਖੱਬੇ ਪਾਸੇ ਹੁੰਦਾ ਨਾ, ਤੇ ਹਾਰਟ ਦੇ ਨਾਲ ਹੁੰਦੀ ਹੈ। ਅਗਰ ਡਾਈਜੈਸ਼ਨ ਇਸ਼ੂਜ਼ ਨਹੀਂ ਹੈ, ਸਿਰਫ ਤੁਹਾਨੂੰ ਨੈਕ ਸਟਿਫਨੈਸ ਹੈ, ਖੱਬੇ ਪਾਸੇ ਆ, ਔਰ ਖੱਬੀ ਬਾਂਹ 'ਚ ਜਾਂਦੀ ਹੈ ਜਾਂ ਖੱਬੇ ਸ਼ੋਲਡਰ ਵਿੱਚ ਜਾਂਦੀ ਪਈ ਹੈ, ਦੈਟ ਮੀਨਸ ਕਿ ਤੁਹਾਨੂੰ ਹਾਰਟ ਦੀ ਕੋਈ ਨਾ ਕੋਈ ਤਕਲੀਫ ਹੁੰਦੀ ਪਈ ਹੈ। ਮੋਸਟਲੀ ਕੀ ਹੁੰਦਾ ਕਿ ਉਹਨੂੰ ਕਹਿੰਦੇ ਕੈਲਸੀਫਿਕੇਸ਼ਨ, ਤੁਹਾਡੇ ਬਲੱਡ ਵੈਸਲ 'ਚ ਕੈਲਸ਼ੀਅਮ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਹਾਂਜੀ, ਤੁਸੀਂ ਦੇਖਿਆ ਨਾ ਅੱਜ ਕੱਲ੍ਹ ਲੋਕੀ ਕੈਲਸ਼ੀਅਮ ਦੀ ਟੈਬਲੇਟਸ ਬਹੁਤ ਖਾਂਦੇ ਨੇ, ਔਰ ਵੈਸੇ ਵੀ ਜਿਹੜੇ ਡੇਅਰੀ ਪ੍ਰੋਡਕਟਸ ਜ਼ਿਆਦਾ ਖਾਂਦੇ ਨੇ ਜਾਂ ਨਾਨ ਵੈਜ ਫੂਡ ਜ਼ਿਆਦਾ ਖਾਂਦੇ ਨੇ, ਤੇ ਉਹਨਾਂ 'ਚ ਕੈਲਸ਼ੀਅਮ ਡਿਪੋਜ਼ਿਟ ਹੋਣੇ ਦੀ ਟੈਂਡੈਂਸੀ ਜ਼ਿਆਦਾ ਹੋ ਜਾਂਦੀ ਹੈ। ਉਹਦਾ ਨੁਕਸਾਨ ਹੁੰਦਾ? ਹਾਂਜੀ, ਕਾਫੀ ਨੁਕਸਾਨ ਹੁੰਦਾ ਹੈ, ਕਿਉਂਕਿ ਜਿਹੜੇ ਆਰਟਰੀਜ਼ ਜਿਹੜੀਆਂ ਨੇ ਅਗਰ ਹਾਰਡ ਹੋ ਜਾਣਗੀਆਂ ਤੇ ਫਿਰ ਕੀ ਹੋਏਗਾ ਕਿ ਬਲੱਡ ਸਰਕੂਲੇਸ਼ਨ ਨਹੀਂ ਪ੍ਰੋਪਰ ਹੋਏਗੀ, ਫਿਰ ਉਹੀ ਨੈਕ ਸਟਿਫਨੈਸ ਰਹੇਗੀ, ਤੁਹਾਨੂੰ ਇੱਧਰ ਦਰਦ ਰਹੇਗੀ, ਇੱਥੇ ਕੰਟੀਨਿਊਸਲੀ ਦਰਦ ਰਹੇਗੀ। ਵੈਸਲਸ ਤੇ ਨਾੜਾਂ ਦੇ ਅੰਦਰ ਬਾਹਰ ਜੰਮ ਜਾਂਦੀ, ਪਰਤ ਕੋਈ ਬਣ ਜਾਂਦੀ? ਹਾਂਜੀ ਹਾਂਜੀ, ਬਲੱਡ ਵੈਸਲ ਜਿਸ ਤਰ੍ਹਾਂ ਹੁੰਦੇ ਨਾ, ਤੇ ਇੱਥੇ ਲਾਈਨਿੰਗ ਹੁੰਦੀ ਹੈ, ਤੇ ਕੈਲਸ਼ੀਅਮ ਅੰਦਰ ਜਮਾ ਹੋਣਾ ਸ਼ੁਰੂ ਹੋ ਜਾਂਦਾ। ਠੀਕ, ਉਹਦੀ ਫਿਰ ਪਰਤ ਬਣਨੀ ਸ਼ੁਰੂ ਪਰਤ ਬਣਦੀ ਹੈ, ਔਰ ਕਾਫੀ ਹਾਰਡ ਬਣ ਜਾਂਦੀ ਹੈ। ਤੇ ਇੱਕ ਤੇ ਬਲੱਡ ਸਰਕੂਲੇਸ਼ਨ ਦੀ ਪ੍ਰੋਬਲਮ ਆਉਂਦੀ ਹੈ, ਦੂਸਰਾ ਆਰਟਰੀਜ਼ ਬ੍ਰਿਟਲ ਹੋ ਜਾਂਦੀਆਂ, ਜਲਦੀ ਬ੍ਰੇਕ ਡਾਊਨ ਹੋਣੇ ਦੀ ਟੈਂਡੈਂਸੀ ਹੋ ਜਾਂਦੀ ਹੈ। ਔਰ ਉਹਦੇ 'ਚ ਕੀ ਹੁੰਦਾ ਕਿ ਨਾੜੀਆਂ ਦੀ ਜਿੰਨੀ ਫਲੈਕਸੀਬਿਲਿਟੀ ਹੋਏਗੀ, ਇੰਨੀ ਹੀ ਸਰਕੂਲੇਸ਼ਨ ਵੀ ਵਧੀਆ ਹੁੰਦੀ ਹੈ, ਔਰ ਨਾੜੀਆਂ ਜਿਹੜੀਆਂ ਨੇ ਉਹ ਆਪਣਾ ਕੰਟਰੋਲ ਕਰ ਲੈਂਦੀ, ਜਿੱਦਾਂ ਹਾਰਟ ਦਾ ਹੁੰਦਾ। ਬਲੱਡ ਪ੍ਰੈਸ਼ਰ ਵੀ ਵਧੇਗਾ ਘਟੇਗਾ ਜੀ ਜੀ, ਉਹਦੇ ਨਾਲ ਜਿੱਦਾਂ ਅਟੈਕ ਹੋਣ ਦੇ ਚਾਂਸਸ ਵੀ ਬੰਦੇ ਨੂੰ ਜ਼ਿਆਦਾ ਹੋ ਜਾਂਦੇ, ਹਾਰਟ ਅਟੈਕ ਦੇ ਮਤਲਬ ਕਾਫੀ ਜ਼ਿਆਦਾ ਹੁੰਦੇ ਨੇ। ਔਰ ਰਿਸਰਚ ਸਟੱਡੀ ਨੇ ਵੀ ਕਿਹਾ ਕਿ ਖਾਸ ਕਰ ਜਿਹੜੇ ਹੁਣ ਛੋਟੇ ਬੱਚੇ ਜਿਹੜੇ ਨੇ, ਤੁਸੀਂ ਉਹ ਟੀਨੇਜਰਸ ਦੇਖੋ ਹਾਰਟ ਅਟੈਕ ਕਿੰਨਾ ਹੁੰਦਾ ਹੈ, ਅਗਰ ਤੁਸੀਂ ਕੰਟੀਨਿਊਸਲੀ ਫਾਸਟ ਫੂਡ ਖਾਓਗੇ। ਸੁਣੀਦਾ ਵੀ ਬੱਚਿਆਂ ਨੂੰ ਵੀ ਅਟੈਕ ਹੋਣ ਲੱਗ ਗਿਆ। ਅੱਛਾ, ਫਿਰ ਉਹਦਾ ਵਨ ਆਫ ਦਾ ਰੀਜ਼ਨਸ ਇਹ ਵੀ ਹੈ, ਵਨ ਆਫ ਦਾ ਰੀਜ਼ਨ ਬੱਚਿਆਂ ਨੂੰ ਅਸੀਂ ਕੈਲਸ਼ੀਅਮ ਤੇ ਬਹੁਤ ਜ਼ੋਰ ਦੇ ਕੇ ਰੱਖੀਦਾ। ਹਾਂਜੀ, ਔਰ ਦੁੱਧ ਜ਼ਿਆਦਾ ਦੇਣੇ, ਦੁੱਧ ਵੀ ਜ਼ਿਆਦਾ, ਦੁੱਧ ਜ਼ਿਆਦਾ ਕੋਲ ਜ਼ਿਆਦਾ ਦੇਣੇ ਕਿ ਕੈਲਸ਼ੀਅਮ ਦੁੱਧ ਤੋਂ ਮਿਲੇਗਾ। ਬਹੁਤ ਸਾਰੀਆਂ ਲੇਡੀਜ਼ ਮੈਂ ਕਹਿੰਦੇ ਬੱਚਿਆਂ ਨੂੰ ਅਗਰ ਦੁੱਧ ਨਹੀਂ ਦਿਆਂਗੇ ਤਾਂ ਕੈਲਸ਼ੀਅਮ ਕਿੱਥੋਂ ਮਿਲੇਗਾ? ਕਿੰਨਾ ਕੁ ਕੈਲਸ਼ੀਅਮ ਠੀਕ ਆ ਤੇ ਕਿਵੇਂ ਦਿੱਤਾ ਜਾਏ ਫਿਰ, ਕਿੰਨਾ ਕੁ? ਦੇਖੋ, ਇਹ ਗੱਲ ਇਹ ਹੈ ਕਿ ਕੁਦਰਤੀ ਸਾਡੀ ਹੱਡੀਆਂ 'ਚ, ਜੋੜਾਂ 'ਚ ਕਾਫੀ ਸਾਰਾ ਕੈਲਸ਼ੀਅਮ ਹੁੰਦਾ ਹੈ ਜਿੰਨਾ ਰਿਕੁਆਇਰਡ ਹੈ, ਸਾਨੂੰ ਐਕਸਟਰਾ ਲੈਣ ਦੀ ਲੋੜ ਨਹੀਂ ਹੁੰਦੀ। ਜੇ ਰੂਟੀਨ 'ਚ ਜਿਹੜੇ ਅਸੀਂ ਖਾਣਾ ਪੀਣਾ ਖਾਣੇ ਆ, ਸਬਜ਼ੀਆਂ ਫਰੂਟਸ ਖਾਣੇ ਆ, ਦੈਟਸ ਐਨਫ। ਉਹ ਤੇ ਜਿਹੜੇ ਬੱਚੇ 'ਚ ਡੈਫੀਸ਼ੀਐਂਟ ਆ ਗਿਆ ਟੈਸਟਾਂ ਦੇ ਵਿੱਚ, ਉਹਨੂੰ ਐਕਸਟਰਾ ਦੀ ਲੋੜ ਆ, ਸਾਰਿਆਂ ਨੂੰ ਲੋੜ ਨਹੀਂ। ਸਾਰਿਆਂ ਨੂੰ ਲੋੜ ਨਹੀਂ, ਔਰ ਚੈੱਕਅਪ ਕਰਾ ਲਓ ਪਹਿਲੇ। ਟੈਸਟਿੰਗ ਤਾਂ ਹੀ ਕਹਿੰਦੇ ਕਿ ਟੈਸਟਿੰਗ ਜਿਹੜੀ ਇੱਕ ਪਾਵਰਫੁਲ ਟੂਲ ਹੈ। ਹਰ ਵਾਰੀ ਜੋ ਵੀ ਤੁਹਾਨੂੰ ਪ੍ਰੋਬਲਮ ਹੁੰਦੀ ਹੈ, ਮੈਂ ਕਹਿੰਦੀ ਪਹਿਲੇ ਟੈਸਟ ਕਰਵਾਉਣੇ ਚਾਹੀਦੇ। ਫਿਰ ਇੱਕ ਤੇ ਆਇਡੈਂਟੀਫਿਕੇਸ਼ਨ ਆਫ ਪ੍ਰੋਬਲਮ ਬਹੁਤ ਜ਼ਰੂਰੀ ਹੈ, ਡਿਫਰੈਂਸ਼ੀਏਟ ਕਰਨਾ ਕਿ ਐਗਜ਼ੈਕਟਲੀ ਕੀ ਹੁੰਦਾ ਪਿਆ, ਕਿਉਂਕਿ ਇਹ ਸਾਰਾ ਸਾਡੇ ਬਾਡੀ ਦਾ ਨਾ ਇੱਕ ਕਨੈਕਸ਼ਨ ਅੰਦਰ ਕਨੈਕਟਡ ਹੈ। ਠੀਕ ਹੈ, ਜਿਹਦਾ ਬਲੱਡ ਵੈਸਲ ਸਾਰੇ ਕਨੈਕਟਡ ਨੇ, ਔਰ ਇਸ ਤਰ੍ਹਾਂ ਹੀ ਨਰਵਸ ਜਿਹੜੀਆਂ ਨੇ, ਬ੍ਰੇਨ ਦੀਆਂ ਨਰਵਸ ਨੇ, ਸਾਰੀ ਬਾਡੀ 'ਚ ਸਾਰੇ ਕਨੈਕਟਡ ਹੈ। ਪ੍ਰੋਬਲਮ ਬੇਸਿਕਲੀ ਹੈ ਕਿੱਥੋਂ ਹੈ, ਓਰੀਜਨ ਕੀ ਆ। ਬਿਲਕੁਲ, ਔਰ ਟੈਸਟਿੰਗ ਇੱਕ ਦਾ ਟੂਲ ਹੈ ਕਿ ਤੁਹਾਨੂੰ ਈਜ਼ੀਲੀ ਪਤਾ ਲੱਗ ਜਾਂਦਾ ਕਿ ਹਾਂ ਮੈਨੂੰ ਇਹ ਪ੍ਰੋਬਲਮ ਹੈ ਤੇ ਮੇਰਾ ਜਿਹੜਾ ਟ੍ਰੀਟਮੈਂਟ ਹੈ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਅੱਛਾ, ਜਿਹੜੇ ਤੁਸੀਂ ਸੈਮੀਨਾਰ ਵਗੈਰਾ ਲਾਉਂਦੇ ਹੋ, ਕਿ ਉਹਨਾਂ ਵਿੱਚ ਵੀ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਡਿਸਕਸ ਕਰਕੇ ਦੱਸਦੇ ਹੋ? ਹਾਂਜੀ, ਬਹੁਤ ਵਧੀਆ ਜਾਣਕਾਰੀ ਦਿੰਦੇ ਆ। ਉਹਨੇ ਅਸੀਂ ਐਡਮਿੰਟਨ ਕੈਲਗਰੀ ਸੈਮੀਨਾਰ ਕਰਕੇ ਆਏ ਆ, ਔਰ ਲੋਕਾਂ ਨੇ ਕਿਹਾ ਕਿ ਇਹੋ ਜਿਹੀ ਜਾਣਕਾਰੀ ਕੋਈ ਨਹੀਂ ਦਿੰਦਾ ਜਿੰਨੀ, ਔਰ ਕਿਉਂਕਿ ਬਹੁਤ ਵਧੀਆ 4 ਘੰਟੇ ਸੈਮੀਨਾਰ, ਅਸੀਂ ਇਹੋ ਹੀ ਚੀਜ਼ਾਂ ਸਾਰੀਆਂ ਦੱਸਣੀਆਂ। ਕਿੰਨਾ ਲੋਕ ਇਹਦਾ ਹਿੱਸਾ ਬਣ ਸਕਦੇ ਤੇ ਅਗਲਾ ਕਿੱਥੇ ਆ ਹੁਣ?
ਅਗਲਾ ਸੈਮੀਨਾਰ ਜਿਹੜਾ ਸਾਡਾ ਬਰੈਂਪਟਨ ਹੁੰਦਾ ਪਿਆ, ਅੱਛਾ 30 ਅਕਤੂਬਰ ਨੂੰ ਅਸੀਂ ਬਰੈਂਪਟਨ ਸੈਮੀਨਾਰ ਕਰਨਾ ਠੀਕ ਹੈ ਹੈ। ਜੀ। ਦੀਵਾਲੀ ਦੇ ਨੈਕਸਟ ਵੀਕਐਂਡ ਜਿਹੜਾ ਹੋਏਗਾ ਸੰਡੇ ਨੂੰ, ਗ੍ਰੀਨ ਬ੍ਰਾਇਰ ਰੈਕ ਸੈਂਟਰ ਹੈ ਉੱਥੇ, ਠੀਕ ਹੈ ਜੀ। ਔਰ 4 ਵਜੇ ਕੋਲ ਲੈ ਕੇ 7 ਵਜੇ ਤੱਕ ਹੋਏਗਾ। खूब सारी जानकारी देने और संडे का दिन सारे पहुंच सकते हैं। रजिस्ट्रेशन जरूरी है क्योंकि रजिस्ट्रेशन में सानू पता लगता है किन्ने लोग आते पे ने, पर जानकारी जी काफ़ी देने और फ्री सैमीनार है, वो कोई पैसे नहीं लगते। उत्थे जाके तुसी अपनियां बीमारियां जिहड़ियां पर्सनल लैवल ते उन्हां दी जानकारी ले सकते हो। अच्छा, तुहाडे नाल डिस्कस वन ऑन वन कर सकदे हो? हाँ, कर सकते। रजिस्ट्रेशन उहदी कित्थों किवें कीती जा सकदी है? रजिस्ट्रेशन लई असीं कहने कि फ़ोन नंबर रखे दा एक 604 593 5030 604 593 5030 ਤੇ ਫੋਨ ਕਰਕੇ ਰਜਿਸਟ੍ਰੇਸ਼ਨ ਕਰਾ ਸਕਦੇ ਨੇ, ਸੀਟ ਬੁੱਕ ਕਰਾ ਸਕਦੇ ਨੇ। ਔਰ ਉੱਥੇ ਹੈ ਕਿ ਅਗਰ ਤੁਹਾਨੂੰ ਪ੍ਰੋਬਲਮਸ ਨੇ 2-3 ਦਿਨ ਅਸੀਂ ਐਕਸਟਰਾ ਵੀ ਰੁਕਣਾ ਉੱਥੇ, ਔਰ ਉੱਥੇ ਵੀ ਆਪਣੀ ਅਪਾਇੰਟਮੈਂਟ ਲੈ ਸਕਦੇ ਨੇ ਜੀ, ਕੰਸਲਟੇਸ਼ਨ ਜਿਹੜੀ ਮਿਲ ਸਕਦੀ ਹੈ। ਬਿਲਕੁਲ ਬਿਲਕੁਲ। ਅੱਛਾ, ਹੁਣ ਇਸ ਵਾਰੀ ਨੈਕਸਟ 30 ਤਰੀਕ ਨੂੰ ਬਰੈਂਪਟਨ, ਉਸ ਤੋਂ ਬਾਅਦ ਹੋਰ ਵੀ ਹੋਣੇ ਬਾਕੀ ਵੱਖ-ਵੱਖ ਸ਼ਹਿਰਾਂ ਵਿੱਚ? ਹਾਂਜੀ, ਅਸੀਂ USA ਜਾਣਾ, ਕੈਲੀਫੋਰਨੀਆ ਸੈਮੀਨਾਰ, ਕੈਲੀਫੋਰਨੀਆ ਵਾਲੇ ਵੇਟ ਕਰਦੇ ਪਏ ਨੇ, ਤੇ ਉਹ ਸੈਕਰਾਮੈਂਟੋ, ਫ੍ਰਿਜ਼ਨੋ, ਸੈਨ ਹੋਜ਼ੇ ਵਗੈਰਾ, ਫ੍ਰੀਮੌਂਟ ਸਾਰੇ ਜਾਣੇ ਆ, ਉੱਥੇ ਜਾਣਾ ਹੈ। ਇਸ ਪਹਿਲੇ ਅਸੀਂ ਇਹ ਵਾਲਾ ਕਰਕੇ ਫਿਰ ਅਸੀਂ ਕੀ ਰਜਿਸਟ੍ਰੇਸ਼ਨ ਦੀ ਕੋਈ ਫੀਸ ਵੀ ਹੈਗੀ ਹੈ ਨਾਲ ਥੋੜੀ ਬਹੁਤ? ਨਹੀਂ ਕੋਈ ਨਹੀਂ, ਬਿਲਕੁਲ ਫ੍ਰੀ ਰੱਖਿਆ ਹੈ। ਇਹ ਬਿਲਕੁਲ ਫ੍ਰੀ, ਮਤਲਬ ਜਿਹਨੇ ਕਿਸੇ ਨੇ ਆਉਣਾ ਉਹ ਬਿਲਕੁਲ ਮੁਫਤ ਆ ਕੇ ਉੱਥੇ ਸੈਮੀਨਾਰ ਅਟੈਂਡ ਕਰ ਸਕਦਾ। ਫਿਰ ਜੇ ਕਿਸੇ ਨੂੰ ਦਿੱਕਤ ਆ ਤੇ ਫਿਰ ਅੱਗੇ ਉਹ ਆਪਣੀ ਅਪਾਇੰਟਮੈਂਟ ਲੈ ਕੇ ਅੱਗੇ ਕਾਰਵਾਈ ਕਰ ਸਕਦੇ। ਦੇਖੋ, ਸੈਮੀਨਾਰ ਵੀ ਫ੍ਰੀ ਰੱਖਿਆ ਤੇ ਅਪਾਇੰਟਮੈਂਟ ਵੀ ਫ੍ਰੀ ਰੱਖੀ ਹੈ। ਅੱਛਾ, ਉਹ ਵੀ ਫ੍ਰੀ? ਉਹ ਵੀ ਫ੍ਰੀ ਰੱਖੀ ਹੈ ਕਿਉਂਕਿ ਕਮਿਊਨਿਟੀ ਦੀ ਸੇਵਾ ਕੋਸ਼ਿਸ਼ ਕਰਨੀ ਆ ਕਿ ਜਿੰਨਾ ਪਤਾ ਲੱਗੇ ਆਪਣੀ ਕਮਿਊਨਿਟੀ ਦੇ, ਕਿਉਂਕਿ ਪਤਾ ਨਹੀਂ ਲੱਗਦਾ, ਅਸੀਂ ਗਲਤ ਬੱਚਿਆਂ ਨੂੰ ਦਿੰਦੇ ਰਹਿੰਦੇ ਆ, ਗਲਤ ਟ੍ਰੀਟਮੈਂਟ 'ਚ ਫਸ ਜਾਂਦੇ ਆ, ਦਵਾਈਆਂ ਦੇ ਚੱਕਰ 'ਚ ਫਸ ਜਾਂਦੇ ਆ। ਇਸ ਕਰਕੇ ਅਸੀਂ ਸੈਮੀਨਾਰ ਥਰੂ ਇੱਕ ਅਵੇਅਰਨੈਸ ਦਿਲਾਉਂਦੇ ਆ ਕਿ ਆਪਣੀ ਸਿਹਤ ਤੁਸੀਂ ਆਪੇ ਹੀ ਠੀਕ ਕਰਨੀ ਹੈ, ਤੁਹਾਡੀ ਜਾਨ ਹੈ ਤੇ ਜਹਾਨ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ ਅੱਜ ਵਾਸਤੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸੋ ਇਸ ਨਾਲ ਡਾਕਟਰ ਨਿਸ਼ਾ ਡੋਗਰਾ ਸਾਡੇ ਨਾਲ। ਮੈਨੂੰ ਹੁਣ ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।